ਹੈਲੋ ਟੂ एवरीवन। ਅੱਜ ਆਪਾਂ ਯੂਨਿਟ 3 ਦਾ ਚੈਪਟਰ 5 ਸਟਾਰਟ ਕਰਨਾ ਹੈ। ਚੈਪਟਰ ਦਾ ਨਾਮ ਹੈ ਕਲਾਸੀਫਿਕੇਸ਼ਨ ਆਫ ਮੈਗਨੈਟਿਕ ਮਟੀਰੀਅਲਸ। ਇਸ ਚੈਪਟਰ ਵਿੱਚ ਬਹੁਤ ਛੋਟੀਆਂ ਤੇ ਸੌਖੀਆਂ ਚੀਜ਼ਾਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਕੁਝ ਡੈਫੀਨੇਸ਼ਨਸ ਕਰਾਂਗੇ ਜਿਹੜੀਆਂ ਸਾਨੂੰ ਹੈਲਪ ਕਰਨਗੀਆਂ। ਅੱਗੇ 1 ਮਾਰਕ ਕੁਐਸਚਨ ਵਿੱਚ ਵੀ ਇਹ ਡੈਫੀਨੇਸ਼ਨਸ ਆ ਜਾਂਦੀਆਂ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਮੈਗਨੈਟਿਕ ਇੰਟੈਂਸਿਟੀ ਨੂੰ। ਮੈਗਨੈਟਿਕ ਇੰਟੈਂਸਿਟੀ ਬੇਟਾ ਜ਼ਿਆਦਾਤਰ ਤੁਸੀਂ ਇਹਦੇ ਫਾਰਮੂਲਾਜ਼ ਵੱਲ ਧਿਆਨ ਦੇਣਾ, ਬਿਕੋਜ਼ ਉਹੀ ਤੁਹਾਨੂੰ 1-2 ਮਾਰਕਸ ਵਾਲੇ ਕੁਐਸਚਨਸ ਵਿੱਚ ਆ ਜਾਂਦੇ ਹੈਗੇ, ਇੱਕ ਦੂਜੇ ਨਾਲ ਰਿਲੇਸ਼ਨਸ ਪੁੱਛ ਲੈਂਦੇ ਆ। ਮੈਗਨੈਟਿਕ ਇੰਟੈਂਸਿਟੀ ਕੀ ਹੁੰਦੀ ਹੈਗੀ ਕਿ ਜੇ ਸਾਡੀ ਇੱਕ ਮੈਗਨੈਟਿਕ ਫੀਲਡ B0 ਐਗਜ਼ਿਸਟ ਕਰਦੀ ਹੈ ਵੈਕਿਊਮ ਦੇ ਵਿੱਚ, ਠੀਕ ਹੈ, ਤਾਂ ਜਿਹੜਾ ਮੈਗਨੈਟਿਕ ਇੰਟੈਂਸਿਟੀ ਹੋਏਗੀ ਦੈਟ ਇਜ਼ ਇਕੁਅਲ ਟੂ B0 ਡਿਵਾਈਡਡ ਬਾਈ μ0। μ0 ਕੀ ਹੈ? ਪਰਮੀਏਬਿਲਿਟੀ ਆਫ ਵੈਕਿਊਮ ਤੇ ਇੱਕ ਕੌਨਸਟੈਂਟ ਵੈਲਿਊ ਹੈ, ਠੀਕ ਹੈ। ਉਸ ਤੋਂ ਬਾਅਦ ਆਉਂਦੀ ਹੈ ਸਾਡੀ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ, ਮਤਲਬ ਕਿ ਕਿੰਨੀ ਇੰਟੈਂਸਿਟੀ ਨਾਲ ਕਿੰਨੀ ਜ਼ਿਆਦਾ ਮੈਗਨੈਟਿਕ ਫੀਲਡ ਉਹਦੇ ਵਿੱਚ ਮੈਗਨੇਟਾਈਜੇਸ਼ਨ ਹੋਈ ਹੈ। ਮੈਗਨੈਟਿਕ ਮੂਵਮੈਂਟ ਡਿਵੈਲਪਡ ਪਰ ਯੂਨਿਟ ਵੋਲਿਊਮ, ਮਤਲਬ ਮੈਗਨੈਟਿਕ ਮੂਵਮੈਂਟ ਇੱਕ ਕਿਸੇ ਵੀ ਸਪੈਸੀਮਨ ਦੇ ਅੰਦਰ, ਕਿਸੇ ਵੀ ਸਬਸਟਾਂਸ ਦੇ ਅੰਦਰ ਕਿੰਨੀ ਮੈਗਨੈਟਿਕ ਮੂਵਮੈਂਟ, ਕਿੰਨੀ ਸਟਰੈਂਥ ਨਾਲ ਇੱਕ ਮੈਗਨੇਟਿਜ਼ਮ ਉਸ ਸਬਸਟਾਂਸ ਦੇ ਅੰਦਰ ਡਿਵੈਲਪ ਹੋਈ ਹੈ ਪਰ ਯੂਨਿਟ ਵੋਲਿਊਮ, ਉਸ ਨੂੰ ਅਸੀਂ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਕਹਿੰਦੇ ਹਾਂ। ਇਹਦਾ ਫਾਰਮੂਲਾ ਹੈ I is equal to M divided by V। ਅੱਗੇ ਆਉਂਦਾ ਹੈ ਮੈਗਨੈਟਿਕ ਫਲਕਸ। ਮੈਗਨੈਟਿਕ ਫਲਕਸ ਆਰ ਨੰਬਰ ਆਫ ਮੈਗਨੈਟਿਕ ਫੀਲਡ ਲਾਈਨਸ ਪਾਸਿੰਗ ਨੋਰਮਲੀ ਥਰੂ ਦੀ ਸਰਫੇਸ। ਜੇ ਸਾਡੇ ਕੋਲ ਕੋਈ ਵੀ ਸਰਫੇਸ ਹੈ, ਮੰਨ ਲਓ ਅਸੀਂ ਐਵੇਂ ਕਰਕੇ ਇੱਕ ਰੈਕਟੈਂਗਲ ਲੈ ਲਿਆ, ਤਾਂ ਇਹਦੇ ਵਿੱਚੋਂ ਕਿੰਨੀਆਂ ਮੈਗਨੈਟਿਕ ਫੀਲਡ ਲਾਈਨਸ ਪਾਸ ਕਰ ਰਹੀਆਂ ਨੇ ਨੋਰਮਲੀ, ਮਤਲਬ ਕਿ 90 ਡਿਗਰੀਜ਼ ਦੇ ਐਂਗਲ 'ਤੇ, ਉਸ ਨੂੰ ਅਸੀਂ ਮੈਗਨੈਟਿਕ ਫਲਕਸ ਕਹਿੰਦੇ ਹਾਂ। ਇਹਨੂੰ ਅਸੀਂ ਡੋਨੇਟ ਕਰਦੇ ਹਾਂ ਫਾਈ ਨਾਲ, ਅਤੇ ਇਹਦਾ ਫਾਰਮੂਲਾ ਹੈ B.ΔS, ਮਤਲਬ ਸਰਫੇਸ, ਜਿੰਨਾ ਵੀ ਸਰਫੇਸ ਹੋਏਗਾ। ਇੱਥੇ ਡਾਟ ਪ੍ਰੋਡਕਟ ਆਉਂਦਾ ਬੇਟਾ, ਇਹ ਇੰਪੋਰਟੈਂਟ ਚੀਜ਼ ਹੈ, ਯਾਦ ਰੱਖਣੀ ਹੈ। ਅੱਗੇ ਸਾਡੇ ਕੋਲ ਆਉਂਦੀ ਹੈ ਮੈਗਨੈਟਿਕ ਇੰਡਕਸ਼ਨ। ਇਹ ਕੀ ਹੈ? ਇਟ ਇਜ਼ ਦੀ ਸਮ ਆਫ ਮੈਗਨੈਟਿਕ ਫੀਲਡ ਐਂਡ ਮੈਗਨੈਟਿਕ ਫੀਲਡ ਪ੍ਰੋਡਿਊਸਡ ਬਾਈ ਮੈਗਨੇਟਾਈਜੇਸ਼ਨ ਆਫ ਦੀ ਸਬਸਟਾਂਸ। ਮਤਲਬ ਕਿ ਸਾਡੇ ਕੋਲ ਬਾਹਰੋਂ ਕਿੰਨੀ ਮੈਗਨੈਟਿਕ ਫੀਲਡ ਸੀਗੀ ਉਹਦਾ, ਅਤੇ ਜਿਹੜੇ ਇੱਕ ਸਬਸਟਾਂਸ ਉਸ ਮੈਗਨੈਟਿਕ ਫੀਲਡ ਦੇ ਵਿੱਚ ਪਿਆ, ਉਸ ਸਬਸਟਾਂਸ ਨੇ ਕਿੰਨੀ ਮੈਗਨੇਟਾਈਜੇਸ਼ਨ ਪ੍ਰੋਡਿਊਸ ਕੀਤੀ ਹੈਗੀ, ਉਹਨਾਂ ਦੋਨਾਂ ਨੂੰ ਜਦੋਂ ਅਸੀਂ ਐਡ ਕਰਦੇ ਹਾਂ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਮੈਗਨੈਟਿਕ ਇੰਡਕਸ਼ਨ। ਇਹਦਾ ਫਾਰਮੂਲਾ B is equal to B0 plus μ0 into I। B0 ਦੀ ਵੈਲਿਊ ਅਸੀਂ ਉੱਪਰ ਫਾਰਮੂਲਾ ਜਿਹੜਾ ਕੱਢਿਆ ਹੈਗਾ H is equal to B0 upon μ0 divided by μ0 ਤੋਂ ਕੱਢ ਰਹੇ ਹਾਂ, μ0 into H plus μ0 into I। μ0 ਕਾਮਨ ਕੱਢ ਲਿਆ ਤਾਂ ਮੈਗਨੈਟਿਕ ਇੰਡਕਸ਼ਨ is equal to μ0 ਮਲਟੀਪਲਾਈ ਬਾਈ H plus I। ਅੱਗੇ ਸਾਡੇ ਕੋਲ ਟਰਮ ਆਉਂਦੀ ਹੈ ਮੈਗਨੈਟਿਕ ਸਸੈਪਟੇਬਿਲਿਟੀ। ਮੈਗਨੈਟਿਕ ਸਸੈਪਟੇਬਿਲਿਟੀ ਇੱਕ ਇੰਪੋਰਟੈਂਟ ਟਰਮ ਹੈ ਬੇਟਾ, ਠੀਕ ਹੈ। ਇਟ ਇਜ਼ ਦ ਰੇਸ਼ੀਓ ਆਫ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਟੂ ਦੀ ਮੈਗਨੈਟਿਕ ਇੰਟੈਂਸਿਟੀ, ਠੀਕ ਹੈ। ਇਹ ਰੇਸ਼ੀਓ ਹੈ, ਮਤਲਬ ਅਸੀਂ ਦੋ ਚੀਜ਼ਾਂ ਨੂੰ ਡਿਵਾਈਡ ਕਰ ਰਹੇ ਹਾਂ। ਕਿਹੜੀਆਂ ਚੀਜ਼ਾਂ ਨੂੰ? ਮੈਗਨੇਟਾਈਜੇਸ਼ਨ ਐਂਡ ਮੈਗਨੈਟਿਕ ਇੰਟੈਂਸਿਟੀ ਨੂੰ। ਮੈਗਨੈਟਿਕ ਇੰਟੈਂਸਿਟੀ ਡਿਵਾਈਡਡ ਬਾਈ ਮੈਗਨੇਟਾਈਜੇਸ਼ਨ ਨੂੰ ਜਦੋਂ ਅਸੀਂ ਡਿਵਾਈਡ ਕਰਦੇ ਹਾਂ ਤਾਂ ਉਸ ਨੂੰ ਅਸੀਂ ਮੈਗਨੈਟਿਕ ਸਸੈਪਟੇਬਿਲਿਟੀ ਕਹਿੰਦੇ ਹਾਂ। ਇਹ ਹਰ ਮਟੀਰੀਅਲ ਦੀ ਆਪਦੀ ਹੁੰਦੀ ਹੈ। ਨੈਕਸਟ ਆਉਂਦੀ ਹੈ ਮੈਗਨੈਟਿਕ ਪਰਮੀਏਬਿਲਿਟੀ। ਇਹ ਹੁੰਦੀ ਹੈ ਰੇਸ਼ੀਓ, ਮਤਲਬ ਕਿ ਡਿਵਾਈਡ ਕਰਨਾ ਅਸੀਂ ਦੋ ਚੀਜ਼ਾਂ ਨੂੰ। ਕਿਹੜੀਆਂ ਦੋ ਚੀਜ਼ਾਂ ਨੂੰ? ਮੈਗਨੈਟਿਕ ਇੰਡਕਸ਼ਨ ਅਤੇ ਮੈਗਨੈਟਿਕ ਇੰਟੈਂਸਿਟੀ ਨੂੰ, ਠੀਕ ਹੈ। ਮੈਗਨੈਟਿਕ ਇੰਡਕਸ਼ਨ ਅਤੇ ਮੈਗਨੈਟਿਕ ਇੰਟੈਂਸਿਟੀ ਨੂੰ ਜਦੋਂ ਅਸੀਂ ਡਿਵਾਈਡ ਕਰਦੇ ਹਾਂ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਮੈਗਨੈਟਿਕ ਪਰਮੀਏਬਿਲਿਟੀ। ਹੁਣ ਉੱਪਰ ਅਸੀਂ ਇਕੁਏਸ਼ਨ ਕੱਢੀ ਹੈਗੀ ਕਿ ਬੇਟਾ ਆਹ 2 ਮਾਰਕਸ ਦਾ ਕੁਐਸਚਨ ਆ ਜਾਂਦਾ ਹੈਗਾ, ਇਸ ਕਰਕੇ ਪਲੀਜ਼ ਇਸ ਡੈਰੀਵੇਸ਼ਨ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਕਰਨਾ। ਅਸੀਂ ਉੱਪਰ ਇਕੁਏਸ਼ਨ ਕੱਢੀ ਹੈ B is equal to μ0 H plus I। ਜੇ ਅਸੀਂ ਦੋਨੋਂ ਸਾਈਡਸ H ਨਾਲ ਡਿਵਾਈਡ ਕਰ ਦਿੰਦੇ ਹਾਂ ਤਾਂ ਸਾਡੇ ਕੋਲ ਆਉਂਦਾ B ਡਿਵਾਈਡਡ ਬਾਈ H is equal to μ0 into 1 plus I divided by H। I ਡਿਵਾਈਡਡ ਬਾਈ H ਕੀ ਹੈ? ਅਸੀਂ ਇੱਥੇ ਲਿਖਿਆ ਹੋਇਆ ਹੈ ਮੈਗਨੈਟਿਕ ਸਸੈਪਟੇਬਿਲਿਟੀ ਹੈ। B ਡਿਵਾਈਡਡ ਬਾਈ H ਕੀ ਹੈ? ਮੈਗਨੈਟਿਕ ਪਰਮੀਏਬਿਲਿਟੀ ਹੈ। ਤਾਂ ਸਾਡੇ ਕੋਲ ਦੋਨੋਂ ਵੈਲਿਊਜ਼ ਆ ਗਈਆਂ। ਮਤਲਬ ਜੇ ਤੁਹਾਡੇ ਕੋਲ ਕੁਐਸਚਨ ਆ ਜਾਂਦਾ ਹੈਗਾ ਕਿ ਰਿਲੇਸ਼ਨ ਕੱਢੋ ਮੈਗਨੈਟਿਕ ਪਰਮੀਏਬਿਲਿਟੀ ਐਂਡ ਮੈਗਨੈਟਿਕ ਸਸੈਪਟੇਬਿਲਿਟੀ ਦਾ, ਤਾਂ ਤੁਸੀਂ ਇਸ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਦਿਖਾਉਣਾ ਹੈ। ਇੱਥੇ ਹੀ ਅਸੀਂ μ ਡਿਵਾਈਡਡ ਬਾਈ μ0 ਕਰਦੇ ਹਾਂ, ਉਸ ਨੂੰ ਅਸੀਂ ਰਿਲੇਟਿਵ ਪਰਮੀਏਬਿਲਿਟੀ ਕਹਿ ਦਿੰਦੇ ਹਾਂ, μr। ਤਾਂ ਰਿਲੇਟਿਵ ਪਰਮੀਏਬਿਲਿਟੀ ਦੇ ਨਾਲ ਮੈਗਨੈਟਿਕ ਸਸੈਪਟੇਬਿਲਿਟੀ ਦੇ ਵਿੱਚ ਦਾ ਰਿਲੇਸ਼ਨ ਵੀ ਕੱਢਣ ਨੂੰ ਕਹਿ ਦਿੰਦੇ ਆ ਕਈ ਵਾਰੀ, ਤਾਂ ਉਹ ਕੀ ਹੁੰਦਾ ਹੈ? μr is equal to 1 plus chi-m। ਬੇਟਾ ਇਹ x ਨਹੀਂ ਹੈ, ਇਹ chi ਹੈ, ਐਵੇਂ ਕਰਕੇ ਲਿਖਿਆ ਜਾਂਦਾ ਹੈ, ਠੀਕ ਹੈ। ਇਹ x ਨਹੀਂ ਹੈ, ਪਲੀਜ਼ ਇਹਨੂੰ x ਨਹੀਂ ਲਿਖਣਾ ਹੈਗਾ, ਇਹ chi ਹੁੰਦਾ ਹੈ, ਠੀਕ ਹੈ ਜੀ। ਅੱਗੇ ਸਾਡੇ ਕੋਲ ਆਉਂਦੇ ਆ ਕਲਾਸੀਫਿਕੇਸ਼ਨ ਆਫ ਮੈਗਨੈਟਿਕ ਮਟੀਰੀਅਲਸ। ਮਤਲਬ ਕੁਝ ਮੈਗਨੈਟਿਕ ਮਟੀਰੀਅਲਸ ਜਿਹੜੇ ਸਾਰੇ ਦੇ ਸਾਰੇ ਜਿਹੜੇ ਸਬਸਟਾਂਸਿਸ ਨੇ ਉਹ ਮੈਗਨੈਟਿਕ ਹੋ ਸਕਦੇ ਆ, ਪਰ ਅਸੀਂ ਉਹਨਾਂ ਨੂੰ 3 ਅਲੱਗ-ਅਲੱਗ ਕੈਟਾਗਰੀਜ਼ ਵਿੱਚ ਡਿਵਾਈਡ ਕੀਤਾ ਹੋਇਆ। ਸਭ ਤੋਂ ਪਹਿਲਾ ਹੈ ਡਾਇਆਮੈਗਨੇਟ। ਇਹਨਾਂ ਦੀ ਬੇਟਾ ਡੈਫੀਨੇਸ਼ਨ ਹੀ ਇੰਪੋਰਟੈਂਟ ਹੈ, ਨਾਲ ਇਹਨਾਂ ਦੀ ਐਗਜ਼ਾਮਪਲਸ ਵੀ ਇੰਪੋਰਟੈਂਟ ਹੈ, ਠੀਕ ਹੈ ਜੀ। ਡਾਇਆਮੈਗਨੈਟਿਕ ਸਬਸਟਾਂਸਿਸ ਉਹ ਹੁੰਦੇ ਆ
ਜਿਹੜੇ ਕਿ ਜੇ ਮੈਗਨੈਟਿਕ ਫੀਲਡ ਦੇ ਵਿੱਚ ਰੱਖ ਦਈਏ, ਬਾਹਰ ਇੱਕ ਮੈਗਨੈਟਿਕ ਫੀਲਡ ਪਈ ਹੈ, ਜੇ ਸਬਸਟਾਂਸ ਨੂੰ ਅਸੀਂ ਉਸ ਮੈਗਨੈਟਿਕ ਫੀਲਡ ਵਿੱਚ ਰੱਖ ਦਈਏ ਤਾਂ ਉਹ ਫੀਬਲੀ ਮੈਗਨੇਟਾਈਜ਼ ਹੋ ਜਾਣਗੇ, ਮਤਲਬ ਹਲਕਾ ਫੁਲਕਾ ਮੈਗਨੇਟਾਈਜ਼ ਹੋਣਗੇ, ਪਰ ਜਿਹੜੀ ਉਹ ਮੈਗਨੇਟਾਈਜ਼ ਹੋਣਗੇ ਉਸ ਦੀ ਡਾਇਰੈਕਸ਼ਨ ਜਿਹੜੀ ਹੋਏਗੀ ਉਹ ਆਪੋਜ਼ਿਟ ਹੋਏਗੀ ਟੂ ਦੀ ਮੈਗਨੇਟਿਜ਼ਮ, ਜਿਹੜੀ ਮੈਗਨੈਟਿਕ ਫੀਲਡ ਅਸੀਂ ਬਾਹਰ ਅਪਲਾਈ ਕੀਤੀ ਹੋਈ ਹੈ। ਮੰਨ ਲਓ ਅਸੀਂ ਮੈਗਨੈਟਿਕ ਫੀਲਡ ਇਸ ਡਾਇਰੈਕਸ਼ਨ ਵਿੱਚ ਅਪਲਾਈ ਕੀਤੀ ਹੋਈ ਹੈ, ਠੀਕ ਹੈ, ਅਸੀਂ ਇੱਕ ਸਬਸਟਾਂਸ ਰੱਖਤਾ ਜਿਹੜਾ ਡਾਇਆ ਮੈਗਨੇਟ ਹੈ, ਤਾਂ ਇਹਦੇ ਅੰਦਰ ਜਿਹੜੀ ਮੈਗਨੇਟਿਜ਼ਮ ਇੰਡਿਊਸ ਹੋਏਗੀ, ਠੀਕ ਹੈ, ਬਹੁਤ ਹਲਕੀ ਫੁਲਕੀ ਹੋਏਗੀ ਪਰ ਹੋਏਗੀ ਵੀ ਉਲਟੀ ਡਾਇਰੈਕਸ਼ਨ ਵਿੱਚ। ਠੀਕ, ਇਹਦੇ ਕੁਝ ਐਗਜ਼ਾਮਪਲਸ ਕੀ ਨੇ? ਕਾਪਰ, ਜ਼ਿੰਕ, ਸਿਲਵਰ, ਗੋਲਡ ਐਕਸੈਟਰਾ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦੇ ਸਾਡੇ ਕੋਲੇ ਪੈਰਾਮੈਗਨੇਟਸ। ਪੈਰਾਮੈਗਨੇਟਸ ਵਿੱਚ ਵੀ ਇਹੀ ਹੋਏਗਾ, ਜੇ ਅਸੀਂ ਇਹ ਸਬਸਟਾਂਸਿਸ ਨੂੰ ਬਾਹਰ ਮੈਗਨੈਟਿਕ ਫੀਲਡ ਵਿੱਚ ਰੱਖ ਦਈਏ ਤਾਂ ਇਹ ਬਹੁਤ ਹਲਕੇ ਫੁਲਕੇ ਫੀਬਲੀ ਮੈਗਨੇਟਾਈਜ਼ ਹੋਣਗੇ, ਪਰ ਮੈਗਨੇਟਾਈਜ਼ ਜਿਹੜੇ ਹੋਣਗੇ ਉਹ ਹੋਣਗੇ ਇਹ ਡਾਇਰੈਕਸ਼ਨ ਆਫ ਮੈਗਨੇਟਾਈਜ਼ਿੰਗ ਫੀਲਡ ਦੇ ਅਕਰੋਸ ਹੀ। ਜੇ ਇਸ ਡਾਇਰੈਕਸ਼ਨ ਵਿੱਚ ਮੈਗਨੈਟਿਕ ਫੀਲਡ ਅਸੀਂ ਅਪਲਾਈ ਕੀਤੀ ਹੋਈ ਹੈ ਤਾਂ ਜਿਹੜਾ ਇਹ ਸਬਸਟਾਂਸ ਪਿਆ ਹੋਏਗਾ ਉਹਨੇ ਆਪਦੇ ਆਪ ਨੂੰ ਮੈਗਨੇਟਾਈਜ਼ ਕੀਤਾ, ਉਹਦੀ ਡਾਇਰੈਕਸ਼ਨ ਵੀ ਉਹੀ ਹੋਏਗੀ, ਬਿਲਕੁਲ ਸੇਮ ਡਾਇਰੈਕਸ਼ਨ ਵਿੱਚ ਹੀ ਮੈਗਨੇਟਾਈਜ਼ ਹੋਣਗੇ। ਇਹਦਾ ਐਗਜ਼ਾਮਪਲ ਹੈ ਐਲੂਮੀਨੀਅਮ, ਸੋਡੀਅਮ, ਪਲੈਟੀਨਮ ਐਕਸੈਟਰਾ। ਬੇਟਾ ਘੱਟੋ ਘੱਟ 3 ਐਗਜ਼ਾਮਪਲ, 2 ਐਗਜ਼ਾਮਪਲਸ ਤਾਂ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਆਉਂਦੇ ਸਾਡੇ ਕੋਲੇ ਫੈਰੋਮੈਗਨੇਟਸ। Ferromagnets are those substances which placed in a magnetic field are strongly magnetized in the direction of magnetizing field। ਹੁਣ ਉਹੀ ਅਸੀਂ ਜੇ ਬਾਹਰ ਮੈਗਨੈਟਿਕ ਫੀਲਡ ਲਈ ਹੋਈ ਹੈ ਤੇ ਫੈਰੋਮੈਗਨੇਟ ਸਬਸਟਾਂਸ ਰੱਖ ਦਿੱਤਾ ਤਾਂ ਇਹ ਬਹੁਤ ਸਟਰੋਂਗਲੀ ਮੈਗਨੇਟਾਈਜ਼ ਹੋ ਜਾਏਗਾ, ਮਤਲਬ ਫਟਾਫਟ ਇੱਕ ਮੈਗਨੇਟ ਬਣ ਜਾਏਗਾ, ਤਾਂ ਬਹੁਤ ਸਟਰੋਂਗ ਮੈਗਨੇਟ ਬਣੇਗਾ ਤੇ ਉਹਦੀ ਡਾਇਰੈਕਸ਼ਨ ਵੀ ਜਿਹੜੀ ਉਹਦੀ ਮੈਗਨੇਟ ਦੀ ਡਾਇਰੈਕਸ਼ਨ ਹੋਏਗੀ, ਉਹਦੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਹੈ ਉਹ ਬਿਲਕੁਲ ਉਸੇ ਡਾਇਰੈਕਸ਼ਨ ਵਿੱਚ ਹੋਏਗੀ ਜਿਸ ਡਾਇਰੈਕਸ਼ਨ ਵਿੱਚ ਬਾਹਰ ਅਸੀਂ ਮੈਗਨੈਟਿਕ ਫੀਲਡ ਅਪਲਾਈ ਕੀਤੀ ਹੋਈ ਹੈ। ਇਹਦੇ ਐਗਜ਼ਾਮਪਲਸ ਨੇ ਆਇਰਨ, ਨਿਕਲ ਐਂਡ ਕੋਬਾਲਟ। ਠੀਕ ਹੈ ਜੀ। ਉਸ ਤੋਂ ਬਾਅਦ ਸਾਡੇ ਕੋਲੇ ਅਗਲੇ ਟੌਪਿਕ ਜਿਹੜੇ ਸਾਨੂੰ ਸਿਲੇਬਸ ਵਿੱਚ ਦਿੱਤੇ ਹੋਏ ਆ ਉਹ ਹੈ ਕਿ ਇਲੈਕਟ੍ਰੋਮੈਗਨੇਟਸ ਕੀ ਹੁੰਦੀ ਹੈ ਤੇ ਪਰਮਾਨੈਂਟ ਮੈਗਨੇਟਸ ਕੀ ਹੁੰਦੀਆਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਇਲੈਕਟ੍ਰੋਮੈਗਨੇਟਸ ਕੀ ਹੁੰਦੀਆਂ। ਬੇਟਾ ਇਲੈਕਟ੍ਰੋਮੈਗਨੇਟਸ ਤੋਂ ਤੁਹਾਨੂੰ ਹੈ ਨਾ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਇਲੈਕਟ੍ਰਿਸਿਟੀ ਤੇ ਮੈਗਨੇਟਿਜ਼ਮ, ਮਤਲਬ ਕਿ ਇਹੋ ਜਿਹੀ ਮੈਗਨੇਟ ਜਿਹੜੀ ਇਲੈਕਟ੍ਰਿਸਿਟੀ ਦੇ ਕਰਕੇ ਬਣ ਰਹੀ ਹੋਵੇ। ਇਹ ਉਹ ਮੈਗਨੇਟਸ ਨੇ ਜਿਹੜੀ ਹੈ ਨਾ ਜੇ ਅਸੀਂ ਕਰੰਟ ਨੂੰ ਸਵਿਚ ਔਨ ਤੇ ਆਫ ਕਰਦੇ ਹਾਂ ਤਾਂ ਇਹ ਮੈਗਨੇਟ ਵੀ ਸਵਿਚ ਔਨ ਆਫ ਹੁੰਦੀ ਹੈ। ਠੀਕ ਹੈ। ਇਹ ਕਿਵੇਂ ਬਣਦੀ ਹੈਗੀ ਕਿ ਅਸੀਂ ਇੱਕ ਸੌਫਟ ਆਇਰਨ ਕੋਰ ਲੈ ਲੈਂਦੇ ਹਾਂ, ਇੱਕ ਟੁਕੜਾ ਲੈ ਲੈਂਦੇ ਹੈਗੇ ਸੌਫਟ ਆਇਰਨ ਕੋਰ ਦਾ। ਠੀਕ ਹੈ। ਉਹਦੇ ਆਲੇ ਦੁਆਲੇ ਇੱਕ ਵਾਇਰ ਵਾਈਂਡ ਕਰ ਦਿੰਦੇ ਹੈਗੇ, ਕੋਇਲ ਪਾ ਦਿੰਦੇ ਹਾਂ। ਠੀਕ ਹੈ। ਇਹਦੇ ਵਿੱਚ ਜਦੋਂ ਅਸੀਂ ਕਰੰਟ ਪਾਸ ਕਰਾਵਾਂਗੇ, ਠੀਕ ਹੈ, ਤਾਂ ਇਹ ਕਰੰਟ ਪਾਸ ਹੋਣ ਦੇ ਕਰਕੇ ਇਸ ਵਾਇਰ ਦੇ ਵਿੱਚ ਇੱਕ ਮੈਗਨੇਟ ਬਣ ਜਾਏਗੀ। ਇਹ ਮੈਗਨੇਟ ਜਿਹੜੀ ਹੈ ਮੈਗਨੈਟਿਕ ਫੀਲਡ ਪ੍ਰੋਡਿਊਸ ਕਰੇਗੀ। ਇਹ ਮੈਗਨੈਟਿਕ ਫੀਲਡ ਦੇ ਕਰਕੇ ਇਸ ਆਇਰਨ ਨੇ ਵੀ ਆਪਦੇ ਆਪ ਨੂੰ ਮੈਗਨੇਟਾਈਜ਼ ਕਰ ਦੇਣਾ ਕਿਉਂਕਿ ਇਹ ਫੈਰੋਮੈਗਨੇਟ ਸਬਸਟਾਂਸ ਹੈ। ਤਾਂ ਕੀ ਹੋਏਗਾ ਇਨ ਦੀ ਐਂਡ ਜਿਹੜਾ ਆਹ ਹੈ ਇਹ ਇੱਕ ਇਲੈਕਟ੍ਰੋਮੈਗਨੇਟ ਬਣ ਜਾਏਗੀ। ਜਿਵੇਂ ਜਿਵੇਂ ਕਰੰਟ ਪਾਸ ਹੁੰਦਾ ਰਹੇਗਾ ਇਹ ਮੈਗਨੇਟ ਰਹੇਗੀ। ਜਿਵੇਂ ਹੀ ਅਸੀਂ ਕਰੰਟ ਕੱਟਤਾ, ਆਫ ਕਰਤੀ ਸਵਿਚ, ਤਾਂ ਇੱਥੇ ਕਰੰਟ ਨਹੀਂ ਰਹੇਗਾ, ਤਾਂ ਇਹ ਮੈਗਨੇਟ ਵੀ ਨਹੀਂ ਰਹੇਗੀ। ਠੀਕ ਹੈ ਜੀ। ਹੁਣ ਇਹ ਕਿਹੜੇ ਕਿਹੜੇ ਮਟੀਰੀਅਲਸ ਨਾਲ ਬਣ ਸਕਦੀ ਹੈਗੀ ਉਹ ਵੀ ਅਸੀਂ ਦੇਖਾਂਗੇ, ਪਰ ਇਹ ਕਿੱਥੇ ਯੂਜ਼ ਹੁੰਦੀ ਹੈ। ਇਹ ਯੂਜ਼ ਹੁੰਦੀ ਹੈ ਇਲੈਕਟ੍ਰਿਕ ਬੈਲਸ ਦੇ ਵਿੱਚ, ਟੈਲੀਫੋਨਸ ਦੇ ਵਿੱਚ, ਅਤੇ ਜੇ ਅਸੀਂ ਕੋਈ ਹੈਵੀ ਆਇਰਨ ਸਕ੍ਰੈਪ ਲਿਫਟ ਕਰਨਾ ਹੈ ਜਿਹੜੇ ਮਤਲਬ ਆਪਣੇ ਜੰਕ ਯਾਰਡਸ ਵਗੈਰਾ ਹੁੰਦੇ ਆ ਉੱਥੇ ਯੂਜ਼ ਹੁੰਦੀ ਹੈ। ਠੀਕ ਹੈ ਜੀ। ਇਲੈਕਟ੍ਰਿਕ ਬਲਬਸ ਵਿੱਚ ਕਿਵੇਂ ਯੂਜ਼ ਹੁੰਦੀ ਹੈ? ਜਦੋਂ ਹੀ ਆਪਾਂ ਸਵਿਚ ਔਨ ਕਰਦੇ ਹਾਂ ਤਾਂ ਸਾਡੀ ਘੰਟੀ ਵੱਜਦੀ ਹੈ, ਜਦੋਂ ਹੀ ਅਸੀਂ ਸਵਿਚ ਆਫ ਕਰਦੇ ਹਾਂ ਤਾਂ ਘੰਟੀ ਬੰਦ ਹੋ ਜਾਂਦੀ ਹੈ। ਉੱਥੇ ਹੀ ਇਲੈਕਟ੍ਰੋਮੈਗਨੇਟਸ ਦਾ ਬਹੁਤ ਵੱਡਾ ਰੋਲ ਹੈ। ਹੁਣ ਜਿਹੜੇ ਇਫੈਕਟਰਸ ਇਸ ਇਲੈਕਟ੍ਰੋਮੈਗਨੇਟ ਦੀ ਸਟਰੈਂਥ ਨੂੰ ਅਫੈਕਟ ਕਰਦੇ ਆ ਉਹ ਹੁੰਦੇ ਆ ਕਰੰਟ ਦੀ ਇੰਟੈਂਸਿਟੀ। ਜਿੰਨਾ ਜ਼ਿਆਦਾ ਕਰੰਟ ਓਨੀ ਹੀ ਸਟਰੈਂਥ ਜ਼ਿਆਦਾ ਹੋਏਗੀ ਮੈਗਨੇਟ ਦੀ ਬਣਨ ਦੀ। ਠੀਕ ਹੈ। ਹੁਣ ਜਿੰਨੇ ਜ਼ਿਆਦਾ ਟਰਨਸ ਹੋਣਗੇ ਓਨੀਆਂ ਹੀ ਛੋਟੀਆਂ ਛੋਟੀਆਂ, ਅਸੀਂ ਪਹਿਲਾਂ ਵੀ ਕੀਤਾ ਹੋਇਆ, ਜਿੰਨੇ ਟਰਨਸ ਜ਼ਿਆਦਾ ਓਨੀਆਂ ਛੋਟੀਆਂ ਮੈਗਨੇਟਸ ਜ਼ਿਆਦਾ ਬਣਨਗੀਆਂ। ਛੋਟੀਆਂ ਮੈਗਨੇਟ ਜ਼ਿਆਦਾ ਹੋਣਗੀਆਂ ਤਾਂ ਓਬਵੀਅਸਲੀ ਉਹਦੀ ਸਟਰੈਂਥ ਵੀ ਜ਼ਿਆਦਾ ਹੋਏਗੀ। ਹੁਣ ਜਿਹੜਾ ਅਸੀਂ ਅੰਦਰ ਉਹਦੇ ਮਟੀਰੀਅਲ ਯੂਜ਼ ਕਰਨਾ ਹੈ, ਠੀਕ ਹੈ, ਜੇ ਅਸੀਂ ਆਇਰਨ ਯੂਜ਼ ਕਰ ਰਹੇ ਹਾਂ ਤਾਂ ਉਹ ਜ਼ਿਆਦਾ ਸਟਰੈਂਥ ਦਾ ਹੋਏਗਾ। ਜੇ ਅਸੀਂ ਕੋਈ ਪੈਰਾਮੈਗਨੈਟਿਕ ਮਟੀਰੀਅਲ ਯੂਜ਼ ਕਰ ਲੈਂਦੇ ਹੈਗੇ ਤਾਂ ਓਬਵੀਅਸਲੀ ਉਹਦੀ ਸਟਰੈਂਥ ਘੱਟ ਹੋਏਗੀ ਕਿਉਂਕਿ ਉਹ ਫੀਬਲੀ ਮੈਗਨੇਟਾਈਜ਼ ਹੁੰਦਾ। ਠੀਕ, ਤਾਂ ਉਸ ਮਟੀਰੀਅਲ ਦੇ ਉੱਪਰ ਵੀ ਡਿਪੈਂਡ ਕਰੇਗਾ। ਹੁਣ ਜਿਹੜਾ ਇਹ ਮਟੀਰੀਅਲ ਅਸੀਂ ਯੂਜ਼ ਕਰਨਾ ਇਹਦੇ ਵਿੱਚ ਹਾਈ ਰਿਟੈਂਟਿਵਿਟੀ ਐਂਡ ਲੋ ਕੋਹੈਸਿਵਿਟੀ ਹੋਣੀ ਚਾਹੀਦੀ ਹੈ। ਬੇਟਾ ਇਹ ਦੋਨੋਂ ਟਰਮਸ ਆਪਾਂ ਹੁਣੇ ਥੋੜ੍ਹੀ ਦੇਰ ਵਿੱਚ ਡਿਸਕਸ ਕਰਾਂਗੇ, ਪਰ ਤੁਹਾਨੂੰ ਇਹ ਯਾਦ ਹੋਣੀਆਂ ਚਾਹੀਦੀਆਂ ਕਿ ਹੈ ਨਾ ਮਟੀਰੀਅਲ ਜਿਹੜਾ ਅਸੀਂ ਇਲੈਕਟ੍ਰੋਮੈਗਨੇਟ ਵਿੱਚ ਯੂਜ਼ ਕਰਨਾ ਹੈ ਉਹਦੀ ਹਾਈ ਰਿਟੈਂਟਿਵਿਟੀ ਐਂਡ ਲੋ ਕੋਹੈਸਿਵਿਟੀ ਹੋਣੀ ਚਾਹੀਦੀ ਹੈ। ਠੀਕ ਹੈ ਜੀ।
ਅੱਗੇ ਸਾਡੇ ਕੋਲੇ ਆਉਂਦੀਆਂ ਪਰਮਾਨੈਂਟ ਮੈਗਨੇਟਸ। ਪਰਮਾਨੈਂਟ ਮੈਗਨੇਟਸ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਕੀ ਹੁੰਦੇ ਆ, ਜਿਨ੍ਹਾਂ ਦਾ ਪਰਮਾਨੈਂਟ ਨਾਰਥ ਐਂਡ ਸਾਊਥ ਪੋਲ ਹੋਵੇ। ਠੀਕ ਹੈ, ਇਹਨਾਂ ਨੂੰ ਬਣਾਉਣ ਵਾਸਤੇ ਜਿਹੜੇ ਮਟੀਰੀਅਲਸ ਯੂਜ਼ ਕਰਨੇ ਆ ਉਹਨਾਂ ਦੀ ਹਾਈ ਰਿਟੈਂਟਿਵਿਟੀ ਐਂਡ ਹਾਈ ਕੋਹੇਸਿਵਿਟੀ ਹੋਣੀ ਚਾਹੀਦੀ ਹੈ, ਅਤੇ ਉਹ ਸਭ ਤੋਂ ਵਧੀਆ ਮਟੀਰੀਅਲ ਹੈ ਸਟੀਲ। ਸਟੀਲ ਇਹ ਦੋਨੋਂ ਪ੍ਰੋਪਰਟੀਜ਼ ਨੂੰ ਐਗਜ਼ੀਬਿਟ ਕਰਦਾ। ਠੀਕ ਹੈ, ਇਸ ਕਰਕੇ ਅਸੀਂ ਸਟੀਲ ਤੋਂ ਹੀ ਪਰਮਾਨੈਂਟ ਮੈਗਨੇਟਸ ਬਣਾਉਂਦੇ ਹਾਂ। ਜਿਹੜੇ ਆਪਾਂ ਮੈਗਨੇਟ ਬਾਹਰੋਂ ਆਪਣੇ ਮਾਰਕੀਟ ਤੋਂ ਖਰੀਦ ਕੇ ਲੈ ਕੇ ਆਉਂਦੇ ਹਾਂ, ਪਰਮਾਨੈਂਟ ਮੈਗਨੇਟਸ ਜਿਨ੍ਹਾਂ ਦੇ ਉੱਪਰ ਨਾਰਥ ਪੋਲ ਸਾਊਥ ਪੋਲ ਦੀ ਮਾਰਕਿੰਗ ਕੀਤੀ ਹੁੰਦੀ ਹੈ, ਉਹ ਸਟੀਲ ਨਾਲ ਬਣਾਏ ਜਾਂਦੇ ਆ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਅਸੀਂ ਟੌਪਿਕ ਕਰਨਾ ਹੈ ਉਹ ਹੈ ਹਿਸਟੈਰਿਸਿਸ। ਹਿਸਟੈਰਿਸਿਸ ਐਕਚੁਅਲੀ ਕੀ ਹੁੰਦਾ ਬੇਟਾ, ਉਹ ਆਪਾਂ ਅੱਗੇ ਪੜ੍ਹਾਂਗੇ। ਠੀਕ ਹੈ, ਇੱਥੇ ਆਪਾਂ ਇੱਕ ਲੂਪ ਬਣਾਇਆ। ਠੀਕ ਹੈ, ਉਹ ਲੂਪ ਜਿਹੜਾ ਬਣ ਰਿਹਾ ਹੈਗਾ ਉਹ ਬੇਸਿਕਲੀ ਇੱਕ ਗ੍ਰਾਫ ਹੈ। ਗ੍ਰਾਫ ਕਿਹਦੇ ਵਿੱਚ ਹੈ? ਮੈਗਨੇਟਾਈਜ਼ਿੰਗ ਫੀਲਡ ਅਤੇ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਆਫ ਦੀ ਮਟੀਰੀਅਲ ਦੇ ਵਿੱਚ ਹੈ। ਠੀਕ ਹੈ, ਅਸੀਂ ਕੀ ਕੀਤਾ, ਇੱਕ ਫੈਰੋਮੈਗਨੈਟਿਕ ਮਟੀਰੀਅਲ ਕੰਸੀਡਰ ਕਰ ਲਿਆ। ਠੀਕ ਹੈ, ਉਹਨੂੰ ਮੈਗਨੇਟਾਈਜ਼ਿੰਗ ਫੀਲਡ ਦੇ ਵਿੱਚ ਰੱਖ ਲਿਆ। ਠੀਕ ਹੈ, ਐਚ ਮੈਗਨੇਟਾਈਜ਼ਿੰਗ ਫੀਲਡ ਹੈ, ਉਹਦੇ ਵਿੱਚ ਆਪਾਂ ਉਹ ਮੈਗਨੈਟਿਕ ਮਟੀਰੀਅਲ ਨੂੰ, ਫੈਰੋਮੈਗਨੈਟਿਕ ਮਟੀਰੀਅਲ ਨੂੰ ਰੱਖ ਲਿਆ। ਠੀਕ ਹੈ, ਇੱਥੇ ਮੈਗਨੇਟਾਈਜ਼ਿੰਗ ਫੀਲਡ ਜਿਹੜੀ ਹੈਗੀ ਉਹਦੀ ਡਾਇਰੈਕਸ਼ਨ ਅਤੇ ਉਹਦੀ ਸਟਰੈਂਥ ਆਪਾਂ ਬਦਲ ਸਕਦੇ ਹਾਂ। ਆਪਾਂ ਆਪਣੇ ਹਿਸਾਬ ਨਾਲ ਬਾਹਰੋਂ ਉਹ ਵੈਲਿਊ ਬਦਲ ਸਕਦੇ ਹਾਂ। ਠੀਕ ਹੈ, ਤਾਂ ਅਸੀਂ ਕੀ ਕੀਤਾ, ਪਹਿਲਾਂ ਆਪਾਂ ਸਟਾਰਟ ਕੀਤਾ ਕਿ ਜਿਹੜੀ ਮੈਗਨੇਟਾਈਜ਼ਿੰਗ ਫੀਲਡ ਹੈ ਮਤਲਬ ਐਚ ਦੀ ਵੈਲਿਊ, ਅਤੇ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਆਫ ਮਟੀਰੀਅਲ ਮਤਲਬ ਕਿੰਨੀ ਇੰਟੈਂਸਿਟੀ ਨਾਲ ਇੱਕ ਮਟੀਰੀਅਲ ਨੇ ਮੈਗਨੇਟਾਈਜ਼ ਹੋ ਜਾਣਾ ਹੈ, ਉਹ ਅਸੀਂ ਇਸ ਵਾਈ ਐਕਸਿਸ ਨਾਲ ਰਿਪਰੈਜ਼ੈਂਟ ਕਰਾਂਗੇ। ਸਟਾਰਟ ਅਸੀਂ ਕੀਤਾ ਓ ਪੁਆਇੰਟ ਤੋਂ। ਓ ਪੁਆਇੰਟ ਕੀ ਹੈ? ਜਦੋਂ ਅਸੀਂ ਬਾਹਰੋਂ ਕੋਈ ਮੈਗਨੈਟਿਕ ਫੀਲਡ ਵੀ ਨਹੀਂ ਅਪਲਾਈ ਕੀਤੀ ਹੋਈ ਅਤੇ ਮੈਗਨੈਟਿਕ ਮਟੀਰੀਅਲ ਵਿੱਚ ਕੋਈ ਆਪਦੀ ਮੈਗਨੇਟਾਈਜੇਸ਼ਨ ਵੀ ਨਹੀਂ ਹੋਈ ਹੈਗੀ। ਇੱਥੋਂ ਆਪਾਂ ਸਟਾਰਟ ਕਰ ਲਿਆ। ਹੌਲੀ ਹੌਲੀ ਆਪਾਂ ਕੀ ਕੀਤਾ, ਮੈਗਨੇਟਾਈਜ਼ਿੰਗ ਫੀਲਡ ਜਿਹੜੀ ਹੈ ਉਹ ਵਧਾਉਣੀ ਸ਼ੁਰੂ ਕੀਤੀ। ਮੈਗਨੇਟਾਈਜ਼ਿੰਗ ਫੀਲਡ ਮਤਲਬ ਐਚ ਦੀ ਵੈਲਿਊ ਵਧਾਉਣੀ ਸ਼ੁਰੂ ਕੀਤੀ। ਜਿਵੇਂ ਜਿਵੇਂ ਐਚ ਦੀ ਵੈਲਿਊ ਵਧਾਉਣੀ ਸ਼ੁਰੂ ਕੀਤੀ, ਜਿਹੜਾ ਉਹ ਮਟੀਰੀਅਲ ਸੀਗਾ ਉਹ ਮੈਗਨੇਟਾਈਜ਼ ਹੋਣਾ ਸਟਾਰਟ ਹੋ ਗਿਆ। ਤਾਂ ਉਹ ਕੀ ਕਰਦਾ ਹੈ, ਆਪਦੀ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਮਟੀਰੀਅਲ ਦੀ ਵੱਧਦੀ ਜਾਂਦੀ ਹੈ। ਉਹ ਅਸੀਂ ਰਿਪਰੈਜ਼ੈਂਟ ਕੀਤਾ O/A। ਠੀਕ ਹੈ, ਹੁਣ ਇੱਕ ਪੁਆਇੰਟ ਇਹੋ ਜਿਹਾ ਆਉਂਦਾ ਹੈਗਾ H0 ਵੈਲਿਊ ਆਉਂਦੀ ਹੈ ਮੈਗਨੇਟਾਈਜ਼ਿੰਗ ਫੀਲਡ ਦੀ, ਕਿ ਉਸ ਤੋਂ ਬਾਅਦ ਤੁਸੀਂ ਕਿੰਨੀ ਮਰਜ਼ੀ ਮੈਗਨੇਟਾਈਜ਼ਿੰਗ ਫੀਲਡ ਵਧਾਈ ਜਾਓ, ਜਿਹੜੀ ਆਹ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਹੈ ਮਟੀਰੀਅਲ ਦੀ ਉਹ ਅੱਗੇ ਨਹੀਂ ਵੱਧਦੀ। ਠੀਕ ਹੈ, ਮਤਲਬ ਇਹ ਸੈਚੂਰੇਸ਼ਨ ਪੁਆਇੰਟ ਆ ਜਾਂਦਾ ਵੀ ਇਸ ਤੋਂ ਜ਼ਿਆਦਾ ਉਹ ਮਟੀਰੀਅਲ ਮੈਗਨੈਟਿਕ ਨਹੀਂ ਹੋ ਸਕਦਾ। ਉਹ ਵੈਲਿਊ ਕਿੱਥੇ ਆਉਂਦੀ ਹੈ? H0 'ਤੇ ਜਾ ਕੇ। ਠੀਕ ਹੈ, ਉਹ ਵੈਲਿਊ ਆ ਗਈ ਜੀ ਸਾਡੇ ਕੋਲੇ, ਅਸੀਂ A ਪੁਆਇੰਟ 'ਤੇ ਪਹੁੰਚ ਗਏ। ਉਸ ਤੋਂ ਬਾਅਦ ਹੁਣ ਅਸੀਂ ਕੀ ਕੀਤਾ, ਹੁਣ ਅਸੀਂ ਵਾਪਸ ਆਉਣਾ ਚਾਹੁੰਦੇ ਹਾਂ, ਮਤਲਬ ਅਸੀਂ ਮਟੀਰੀਅਲ ਨੂੰ ਦੁਬਾਰਾ ਡੀਮੈਗਨੇਟਾਈਜ਼ ਕਰਨਾ ਚਾਹੁੰਦੇ ਹਾਂ। ਠੀਕ ਹੈ, ਕਿ ਮਟੀਰੀਅਲ ਹੁਣ ਮੈਗਨੈਟਿਕ ਨਾ ਰਹੇ। ਉਹਦੇ ਵਾਸਤੇ ਅਸੀਂ ਕੀ ਕੀਤਾ, ਅਸੀਂ ਮੈਗਨੇਟਾਈਜ਼ਿੰਗ ਫੀਲਡ ਦੀ ਵੈਲਿਊ ਜਿਹੜੀ ਹੈ ਉਹ ਘਟਾਉਣੀ ਸ਼ੁਰੂ ਕਰਤੀ। ਘਟਾਉਣੀ ਸ਼ੁਰੂ ਕੀਤੀ। ਜਿਵੇਂ ਜਿਵੇਂ ਆਪਾਂ ਘਟਾਉਂਦੇ ਗਏ ਤਾਂ ਇੱਕ ਟਾਈਮ ਆਇਆ ਜਦੋਂ ਅਸੀਂ ਬਾਹਰੋਂ ਮੈਗਨੇਟਾਈਜ਼ਿੰਗ ਫੀਲਡ ਜਿਹੜੀ ਹੈ ਉਹ 0 ਕਰਤੀ। ਅਸੀਂ ਕੋਈ ਵੀ ਮੈਗਨੇਟਾਈਜ਼ਿੰਗ ਫੀਲਡ ਨਹੀਂ ਲਗਾ ਰਹੇ, ਪਰ ਅਸੀਂ ਕੀ ਦੇਖਦੇ ਹਾਂ ਕਿ ਜਿਹੜਾ ਮਟੀਰੀਅਲ ਪਿਆ ਉਹਦੇ ਵਿੱਚ ਹਜੇ ਵੀ ਇੰਟੈਂਸਿਟੀ ਹੈਗੀ ਕਿ ਉਹ ਹਜੇ ਵੀ ਮੈਗਨੈਟਿਕ ਹੈ। ਉਹ ਕਿੰਨਾ ਮੈਗਨੈਟਿਕ ਹੈ ਉਹ ਸਾਨੂੰ ਦੱਸੇਗਾ ਆਹ OB, ਉਹ ਹਜੇ ਵੀ ਉਨਾ ਮੈਗਨੈਟਿਕ ਹੈ। ਠੀਕ ਹੈ, ਉਸ ਤੋਂ ਬਾਅਦ ਅਸੀਂ ਉਸ ਮੈਗਨੈਟਿਕ ਮਟੀਰੀਅਲ ਨੂੰ 0 ਕਰਨਾ ਚਾਹੁੰਦੇ ਹੈਗੇ ਕਿ ਉਹਦੇ ਵਿੱਚ ਕੋਈ ਮੈਗਨੇਟਿਜ਼ਮ ਨਾ ਰਵੇ। ਤਾਂ ਸਾਨੂੰ ਕੀ ਕਰਨਾ ਪਏਗਾ, ਸਾਨੂੰ ਨੈਗੇਟਿਵ ਮੈਗਨੈਟਿਕ ਫੀਲਡ ਅਪਲਾਈ ਕਰਨੀ ਪਏਗੀ। ਤਾਂ ਅਸੀਂ ਹੁਣ ਕੀ ਕਰਨੀ ਸ਼ੁਰੂ ਕੀਤੀ, ਮੈਗਨੈਟਿਕ ਫੀਲਡ ਜਿਹੜੀ ਹੈ ਉਹ ਦੂਸਰੀ ਡਾਇਰੈਕਸ਼ਨ 'ਚ ਅਪਲਾਈ ਸ਼ੁਰੂ ਕੀਤੀ ਕਰਨੀ। ਤਾਂ ਹੁਣ ਜਦੋਂ ਅਸੀਂ C ਪੁਆਇੰਟ 'ਤੇ ਆ ਗਏ ਤਾਂ ਸਾਡੇ ਕੋਲ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਮਤਲਬ ਕਿ ਉਸ ਮਟੀਰੀਅਲ ਦੇ ਵਿੱਚ ਕੋਈ ਮੈਗਨੈਟਿਕ ਨਹੀਂ ਰਿਹਾ, ਉਹ ਪੁਆਇੰਟ ਆਇਆ C ਪੁਆਇੰਟ 'ਤੇ। ਠੀਕ ਹੈ, ਪਰ ਉਦੋਂ ਅਸੀਂ ਬਾਹਰੋਂ ਮੈਗਨੇਟਾਈਜ਼ਿੰਗ ਫੀਲਡ ਜਿਹੜੀ ਹੈ ਉਹ ਨੈਗੇਟਿਵ ਡਾਇਰੈਕਸ਼ਨ ਵਿੱਚ ਲਗਾ ਰਹੇ ਹਾਂ। ਅਸੀਂ ਹੋਰ ਅੱਗੇ ਵੱਧਦੇ ਜਾਵਾਂਗੇ ਜੇ ਅਸੀਂ ਹੋਰ ਉਹਦੀ ਵੈਲਿਊ ਵਧਾਉਂਦੇ ਜਾਈਏ ਕਿ ਅਸੀਂ ਇਹ ਨੈਗੇਟਿਵ ਸਾਈਡ ਨੂੰ ਡਾਇਰੈਕਸ਼ਨ ਚੇਂਜ ਕਰਕੇ ਇੱਕ ਵੈਲਿਊ ਆਉਂਦੀ ਹੈਗੀ ਕਿ -H0। ਇਸ ਤੋਂ ਬਾਅਦ ਕੀ ਹੁੰਦਾ ਹੈਗਾ ਕਿ ਜਿਹੜੀ ਇੰਟੈਂਸਿਟੀ ਹੈ ਉਹ ਚੇਂਜ ਨਹੀਂ ਹੁੰਦੀ। ਇੰਟੈਂਸਿਟੀ ਜਦੋਂ ਆਪਾਂ C ਤੋਂ ਬਾਅਦ ਥੱਲੇ ਨੂੰ ਹੋਰ ਜਾਂਦੇ ਹਾਂ ਤਾਂ ਜਿਹੜੀ ਮੈਗਨੇਟਾਈਜੇਸ਼ਨ ਹੈ ਮਟੀਰੀਅਲ ਦੇ ਅੰਦਰ ਉਹ ਵੀ ਆਪਦੀ ਪੋਲੈਰਿਟੀ ਚੇਂਜ ਕਰ ਦਿੰਦੀ ਹੈ। ਠੀਕ ਹੈ, D ਪੁਆਇੰਟ 'ਤੇ ਜਿਵੇਂ ਪਹੁੰਚਦੇ ਹੈਗੇ ਉਦੋਂ ਸੈਚੂਰੇਸ਼ਨ ਆ ਜਾਂਦਾ ਕਿ ਉਲਟੀ ਡਾਇਰੈਕਸ਼ਨ ਵਿੱਚ ਵੀ ਹੁਣ ਇਹ ਜਿਹੜਾ ਫੈਰੋਮੈਗਨੈਟਿਕ ਮਟੀਰੀਅਲ ਹੈ ਉਹ ਹੋਰ ਮੈਗਨੇਟਾਈਜ਼ ਨਹੀਂ ਹੋ ਸਕਦਾ। ਤਾਂ ਉਹ ਵੀ ਸੈਚੂਰੇਸ਼ਨ ਪੁਆਇੰਟ -H0 'ਤੇ ਆ ਜਾਂਦੀ ਹੈ। ਹੁਣ ਅਸੀਂ ਇਸ ਪੁਆਇੰਟ ਤੋਂ ਦੁਬਾਰਾ ਫਿਰ ਉਸ ਮਟੀਰੀਅਲ ਨੂੰ ਮੈਗਨੈਟਿਕ ਕਰਨਾ ਸਟਾਰਟ ਕਰੀਏ ਤਾਂ ਅਸੀਂ ਮੈਗਨੇਟਾਈਜ਼ਿੰਗ ਫੀਲਡ ਜਿਹੜੀ ਹੈ ਉਹ ਵਧਾਉਣੀ ਸ਼ੁਰੂ ਕਰ ਦਾਂਗੇ। ਠੀਕ ਹੈ, ਵਧਾਉਂਦੇ ਅਸੀਂ A ਪੁਆਇੰਟ 'ਤੇ ਵਾਪਸ ਪਹੁੰਚ ਸਕਦੇ ਹਾਂ। ਠੀਕ ਹੈ, ਤੁਸੀਂ ਇੱਥੇ ਕੀ ਦੇਖ ਰਹੇ ਹੈਗੇ ਹੋਗੇ,
ਜਦੋਂ ਅਸੀਂ ਸਟਾਰਟ ਕੀਤਾ O ਪੁਆਇੰਟ ਤੋਂ, O ਤੋਂ A ਤੱਕ ਗਏ, ਠੀਕ ਹੈ, ਤਾਂ ਅਸੀਂ ਮੈਗਨੈਟਿਕ ਮਟੀਰੀਅਲ ਨੂੰ ਮੈਗਨੇਟਾਈਜ਼ ਕਰਤਾ। ਪਰ ਜਦੋਂ ਅਸੀਂ ਉਹਨੂੰ ਡੀਮੈਗਨੇਟਾਈਜ਼ ਕਰਨ ਲੱਗੇ ਤਾਂ ਉਹਨੇ ਵਾਪਸ A to O ਵਾਲਾ ਪਾਥ ਨਹੀਂ ਫੋਲੋ ਕੀਤਾ, ਉਹਦੀ ਜਗ੍ਹਾ 'ਤੇ ਉਹਨੇ ਇੱਕ ਨਵਾਂ ਪਾਥ ਬਣਾਇਆ A to B ਵਾਲਾ, ਠੀਕ ਹੈ ਜੀ। ਅਤੇ ਇਹ ਕਿਉਂ ਹੋ ਰਿਹਾ ਹੈਗਾ ਗਾ, ਉਹ ਆਪਾਂ ਅੱਗੇ ਦੇਖਾਂਗੇ, ਠੀਕ ਹੈ। ਹੁਣ ਸਭ ਤੋਂ ਪਹਿਲਾਂ ਜਿਹੜਾ ਆਹ ਲੈਗ ਆਫ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਬਿਹਾਈंड द मैग्नेटाइजिंग फील्ड during the process of magnetization and demagnetization of ferromagnetic material is called hysteresis, ठीक है जी। ਹੁਣ ਜਿਹੜਾ ਆਹ ਲੈਗ ਰਹਿ ਗਿਆ ਪਿੱਛੇ, ਜਿਹੜਾ ਕਿ ਹੈ ਨਾ ਅਸੀਂ ਮੈਗਨੇਟਾਈਜ਼ ਕਰ ਰਹੇ ਸੀਗੇ ਤਾਂ ਮੈਗਨੇਟਾਈਜ਼ ਹੋ ਗਿਆ ਮਟੀਰੀਅਲ, ਡੀਮੈਗਨੇਟਾਈਜ਼ ਕਰਨ ਲੱਗੇ ਤਾਂ ਮਟੀਰੀਅਲ ਡੀਮੈਗਨੇਟਾਈਜ਼ ਨਹੀਂ ਹੋਇਆ ਪੂਰਾ ਪ੍ਰੋਪਰਲੀ, ਇਸ ਨੂੰ ਅਸੀਂ ਕੀ ਕਹਿੰਦੇ ਆ, ਇਸ ਲੈਗ ਨੂੰ ਅਸੀਂ ਕੀ ਕਹਿੰਦੇ ਆ, ਹਿਸਟੈਰਿਸਿਸ। ਹੁਣ ਜਿਹੜੀ ਆ ਮੈਗਨੇਟਾਈਜ਼ਿੰਗ ਫੀਲਡ ਬਿਯੋਂਡ H0 ਹੈ, ਉਹ ਕੋਈ ਵੀ ਫਰਦਰ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਨਹੀਂ ਪ੍ਰੋਡਿਊਸ ਕਰਦੀ ਕਿਉਂਕਿ ਉੱਥੇ ਸੈਚੂਰੇਸ਼ਨ ਆ ਗਿਆ, ਇਹ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ। ਇਸ ਤੋਂ ਬਾਅਦ ਆਉਂਦਾ ਜਿਹੜੀ ਸਾਡੀ OB ਹੈ, ਇਹ ਸਾਡੀ ਰਿਟੈਂਟਿਵਿਟੀ ਹੁੰਦੀ ਹੈ। ਜਿਹੜਾ ਇੱਥੇ ਡਾਇਗਰਾਮ ਵਿੱਚ ਆਹ OB ਬਣ ਰਿਹਾ ਹੈ, OB, ਇਹ ਸਾਡੀ ਰਿਟੈਂਟਿਵਿਟੀ ਹੁੰਦੀ ਹੈ। ਰਿਟੈਂਟਿਵਿਟੀ ਦਾ ਕੀ ਮਤਲਬ ਹੈ? ਰਿਟੈਂਟਿਵਿਟੀ ਹੁੰਦੀ ਹੈ the value of intensity of magnetization of a material when the magnetizing field is reduced to 0। ਜਦੋਂ ਅਸੀਂ ਮੈਗਨੇਟਾਈਜ਼ਿੰਗ ਫੀਲਡ ਜਿਹੜੀ ਹੈ ਉਹ 0 ਕਰ ਲਈ, ਠੀਕ ਹੈ, ਅਸੀਂ ਕੀ ਕੀਤਾ ਸੀਗਾ, ਮਟੀਰੀਅਲ ਨੂੰ ਦੁਬਾਰਾ ਡੀਮੈਗਨੇਟਾਈਜ਼ ਕਰਨਾ ਸਟਾਰਟ ਕੀਤਾ ਸੀਗਾ, ਤਾਂ ਡੀਮੈਗਨੇਟਾਈਜ਼ ਕਰਦੇ ਕਰਦੇ ਅਸੀਂ ਇਹ ਮੈਗਨੇਟਾਈਜ਼ਿੰਗ ਫੀਲਡ ਦੀ ਵੈਲਿਊ ਜਦੋਂ 0 ਕਰ ਲਈ, ਪਰ ਉਸ ਫੈਰੋਮੈਗਨੈਟਿਕ ਮਟੀਰੀਅਲ ਦੇ ਵਿੱਚ ਕੁਝ ਮੈਗਨੈਟਿਕ ਇੰਟੈਂਸਿਟੀ ਆਲਰੇਡੀ ਹੈਗੀ ਹੈ, ਹਜੇ ਉਹ ਐਗਜ਼ਿਸਟ ਕਰਦੀ ਹੈ, ਉਸ ਨੂੰ ਅਸੀਂ ਕੀ ਕਹਿੰਦੇ ਆ, ਉਸ ਮਟੀਰੀਅਲ ਦੀ ਰਿਟੈਂਟਿਵਿਟੀ, ਕਿ ਉਹਨੇ ਕਿੰਨੀ ਮੈਗਨੇਟਾਈਜੇਸ਼ਨ ਆਪਦੇ ਅੰਦਰ ਰਿਟੇਨ ਰੱਖੀ ਹੈ, ਉਸ ਨੂੰ ਅਸੀਂ ਰਿਟੈਂਟਿਵਿਟੀ ਆਫ ਦੀ ਸਬਸਟਾਂਸ ਕਹਿੰਦੇ ਹਾਂ। ਹੁਣ ਅਸੀਂ ਰਿਟੈਂਟਿਵਿਟੀ ਪਤਾ ਕਰ ਲਈ ਹੈ, ਤਾਂ ਅੱਗੇ ਸਾਡੇ ਕੋਲ ਆਉਂਦੀ ਹੈਗੀ ਕੋਹੇਸਿਵਿਟੀ। ਕੋਹੇਸਿਵਿਟੀ ਬੇਟਾ OC, ਆਪਾਂ ਡਾਇਗਰਾਮ ਵਿੱਚ ਦੇਖਦੇ ਹਾਂ OC ਕਿੱਥੇ ਹੈ, OC ਇਹ ਕੋਹੇਸਿਵਿਟੀ ਹੁੰਦੀ ਹੈ, ਠੀਕ ਹੈ। ਇਹ ਐਕਚੁਅਲ ਵਿੱਚ ਕੀ ਹੁੰਦੀ ਹੈਗੀ ਕਿ ਦ ਵੈਲਿਊ ਆਫ ਰਿਵਰਸ ਮੈਗਨੇਟਾਈਜ਼ਿੰਗ ਫੀਲਡ ਰਿਕੁਆਇਰਡ ਸੋ ਐਜ਼ ਟੂ ਰਿਡਿਊਸ ਦ ਰੈਜ਼ੀਡੂਅਲ ਮੈਗਨੇਟਿਜ਼ਮ ਟੂ 0। ਮਤਲਬ ਕੀ ਹੋਇਆ ਕਿ ਅਸੀਂ ਇਹ ਉਹ ਵੈਲਿਊ ਹੈ ਜਿਹੜੀ ਅਸੀਂ ਰਿਵਰਸ ਮੈਗਨੇਟਾਈਜ਼ਿੰਗ ਫੀਲਡ ਦੀ ਲਗਾਈ ਤਾਂ ਕਿ ਸਾਡੇ ਕੋਲ ਇੰਟੈਂਸਿਟੀ ਆਫ ਮੈਗਨੇਟਾਈਜ਼ਿੰਗ ਆਫ ਮਟੀਰੀਅਲ ਜਿਹੜੀ ਹੈ ਉਹ 0 ਹੋ ਜਾਏ। ਮਤਲਬ ਕਿ ਸਾਡਾ ਜਿਹੜਾ ਮਟੀਰੀਅਲ ਹੈ ਉਹ ਪੂਰੀ ਤਰ੍ਹਾਂ ਡੀਮੈਗਨੇਟਾਈਜ਼ ਹੋ ਜਾਏ। ਉਹ ਕਰਨ ਵਾਸਤੇ ਅਸੀਂ ਜਿਹੜੀ ਆਹ ਨੈਗੇਟਿਵ ਵੈਲਿਊ ਲਗਾਈ ਹੈ ਮੈਗਨੇਟਾਈਜ਼ਿੰਗ ਫੀਲਡ ਦੀ, ਉਸ ਨੂੰ ਅਸੀਂ ਕੀ ਕਹਿੰਦੇ ਆ, ਕੋਹੇਸਿਵਿਟੀ, ਠੀਕ ਹੈ। ਹੁਣ ਅੱਗੇ ਸਾਡਾ ਜਿਹੜਾ ਕਰਵ ਹੈ ABCDEFA, ਇਸ ਨੂੰ ਅਸੀਂ ਹਿਸਟੈਰਿਸਿਸ ਲੂਪ ਕਹਿੰਦੇ ਹਾਂ। ਜਿਹੜਾ ਇਹ ਪੂਰਾ ਕਰਵ ਬਣ ਗਿਆ ਫਰੋਮ A to B to C to D to E to F to A, ਇਹ ਜਿਹੜਾ ਪੂਰਾ ਦਾ ਪੂਰਾ ਲੂਪ ਬਣਦਾ ਹੈ, ਇਸ ਨੂੰ ਅਸੀਂ ਹਿਸਟੈਰਿਸਿਸ ਲੂਪ ਕਹਿੰਦੇ ਹਾਂ, ਠੀਕ। ਹੁਣ ਜਿਹੜਾ ਇਹ ਏਰੀਆ ਹਿਸਟੈਰਿਸਿਸ ਲੂਪ ਨੇ ਕਵਰ ਕੀਤਾ, ਇਹ ਪ੍ਰਪੋਰਸ਼ਨਲ ਹੁੰਦਾ ਹੈ ਨੈਟ ਐਨਰਜੀ ਅਬਜ਼ੋਰਬਡ ਪਰ ਯੂਨਿਟ ਵੋਲਿਊਮ ਦੇ, ਠੀਕ ਹੈ। ਇੱਕ ਮਟੀਰੀਅਲ ਨੇ ਕਿੰਨੀ ਐਨਰਜੀ ਅਬਜ਼ੋਰਬ ਕੀਤੀ ਪਰ ਯੂਨਿਟ ਵੋਲਿਊਮ, ਉਹ ਪ੍ਰਪੋਰਸ਼ਨਲ ਹੁੰਦਾ ਹੈ ਕਿ ਇਸ ਹਿਸਟੈਰਿਸਿਸ ਲੂਪ ਦਾ ਏਰੀਆ ਕਿੰਨਾ ਹੈ। ਜੇ ਇਹਦਾ ਏਰੀਆ ਜ਼ਿਆਦਾ ਹੋਏਗਾ ਤਾਂ ਉਹ ਮਟੀਰੀਅਲ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਐਨਰਜੀ ਜਿਹੜੀ ਹੈ ਆਪਦੇ ਅੰਦਰ ਅਬਜ਼ੋਰਬ ਕਰ ਲੈਂਦਾ, ਜੋ ਕਿ ਕਿਤੇ ਨਾ ਕਿਤੇ ਮਾੜੀ ਹੀ ਹੁੰਦੀ ਹੈ, ਬਿਕੋਜ਼ ਜਿੰਨੀ ਉਹ ਐਨਰਜੀ ਜ਼ਿਆਦਾ ਅਬਜ਼ੋਰਬ ਕਰੇਗਾ ਮਤਲਬ ਉਹ ਸਾਰੇ ਲੌਸਿਸ ਵਿੱਚ ਕਨਵਰਟ ਹੋਏਗੀ। ਐਨਰਜੀ ਸੋ ਅਬਜ਼ੋਰਬਡ ਬਾਈ ਦ ਸਪੈਸੀਮਨ ਅਪੀਅਰਸ ਐਜ਼ ਹੀਟ ਐਨਰਜੀ। ਹੁਣ ਜਿੰਨੀ ਉਹ ਐਨਰਜੀ ਇੱਕ ਮਟੀਰੀਅਲ ਜ਼ਿਆਦਾ ਅਬਜ਼ੋਰਬ ਕਰਦੇ ਜਾਏਗਾ, ਓਨਾ ਹੀ ਉਹ ਹੀਟ ਅਪ ਜ਼ਿਆਦਾ ਹੁੰਦਾ ਜਾਏਗਾ। ਹੀਟ ਜ਼ਿਆਦਾ ਹੁੰਦਾ ਜਾਏਗਾ ਤਾਂ ਬੇਟਾ ਐਜ਼ ਇਟ ਇਜ਼ ਹੀਟ ਜਿਹੜੀ ਹੈਗੀ ਉਹ ਆਪਾਂ ਨੂੰ ਐਨਰਜੀ ਨਹੀਂ ਚਾਹੀਦੀ ਹੁੰਦੀ। ਜੇ ਆਪਾਂ ਕਿਤੇ ਕੋਈ ਮਟੀਰੀਅਲ ਨੂੰ ਮੈਗਨੇਟਾਈਜ਼ ਅਤੇ ਡੀਮੈਗਨੇਟਾਈਜ਼ ਕਰਦੇ ਹਾਂ ਤਾਂ ਆਪਾਂ ਚਾਹੁੰਦੇ ਹੈਗੇ ਕਿ ਜਿੰਨੀ ਆਪਾਂ ਬਾਹਰੋਂ ਐਨਰਜੀ ਪ੍ਰੋਵਾਈਡ ਕਰੀਏ ਉਹ ਐਜ਼ ਇਟ ਇਜ਼ ਸਾਨੂੰ ਉਨੀ ਹੀ ਵਾਪਸ ਮਿਲ ਜੇ, ਪਰ ਐਫੀਸ਼ੀਐਂਟ ਤਾਂ 100% ਕੋਈ ਵੀ ਚੀਜ਼ ਨਹੀਂ ਹੁੰਦੀ। ਤਾਂ ਬੇਸਿਕਲੀ ਜਿਹੜੀ ਹਿਸਟੈਰਿਸਿਸ ਲੂਪ ਹੁੰਦੇ ਆ, ਇਹ ਕਿਸੇ ਵੀ ਮਟੀਰੀਅਲ ਦੀ ਕਿੰਨੀ ਮੈਗਨੇਟਾਈਜ਼ ਅਤੇ ਡੀਮੈਗਨੇਟਾਈਜ਼ ਹੋਣ ਵਿੱਚ ਕਿੰਨਾ ਡਿਫਰੈਂਸ ਰਹਿ ਗਿਆ, ਉਹ ਡਿਫਰੈਂਸ ਕਿੰਨਾ ਹੁੰਦਾ ਕਿ ਉਹਨੇ ਕਿੰਨੀ ਐਨਰਜੀ ਅਬਜ਼ੋਰਬ ਕਰ ਲਈ, ਤਾਂ ਉਹ ਐਨਰਜੀ ਜਿਹੜੀ ਹੈਗੀ ਉਹ ਐਜ਼ ਹੀਟ ਐਨਰਜੀ ਦੀ ਫੋਰਮ ਵਿੱਚ ਉਹ ਸਪੈਸੀਮਨ ਅਬਜ਼ੋਰਬ ਕਰ ਲੈਂਦਾ, ਜੋ ਕਿ ਮਾੜਾ ਹੀ ਹੁੰਦਾ ਹੈਗਾ ਇਹਦੀ ਐਪਲੀਕੇਸ਼ਨ ਵਾਸਤੇ, ਠੀਕ ਹੈ ਬੇਟਾ। ਇਹਦੇ ਨਾਲ ਤੁਹਾਡਾ ਅੱਜ ਇਹ ਚੈਪਟਰ ਵੀ ਕੰਪਲੀਟ ਹੋ ਗਿਆ, ਠੀਕ ਹੈ। ਆਈ ਹੋਪ ਤੁਹਾਨੂੰ ਸਾਰਾ ਚੈਪਟਰ, ਸਾਰਾ ਯੂਨਿਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇ ਕਿਤੇ ਕੋਈ ਡਾਊਟ ਰਹਿ ਜਾਂਦਾ ਹੈ ਪਲੀਜ਼ ਵੀਡੀਓਜ਼ ਨੂੰ ਦੁਬਾਰਾ ਜ਼ਰੂਰ ਰਿਕਾਲ ਕਰੋ ਤਾਂ ਕਿ ਤੁਹਾਨੂੰ ਕੋਈ ਵੀ ਡਾਊਟ ਨਾ ਰਵੇ। ਐਂਡ ਪਲੀਜ਼ ਮੈਕਸੀਮਮ ਕੁਐਸਚਨਸ ਜਿਹੜੇ ਤੁਹਾਡੀ ਬੁੱਕਸ ਵਿੱਚ ਨੇ ਅਤੇ ਮੇਰੇ ਤੋਂ ਵੀ ਜਿੰਨੇ ਤੁਹਾਨੂੰ ਮਿਲਦੇ ਹੈਗੇ, ਪਲੀਜ਼ ਉਹਨਾਂ ਨੂੰ ਮੈਕਸੀਮਮ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰੋ। ਥੈਂਕ ਯੂ।